ਸੋ ਡਾਇਰੈਕਟ ਮਿਊਨਿਕ ਤੋਂ ਅਸੀਂ ਤੁਹਾਨੂੰ ਅਪਡੇਟ ਲੈ ਕੇ ਦੇਵਾਂਗੇ ਉੱਥੋਂ ਦੇ ਰਿਪਰੈਜ਼ੈਂਟੇਟਿਵ ਤੋਂ। ਉਹ ਸਾਨੂੰ ਦੱਸਣਗੇ ਕਿ ਉੱਥੇ ਕਰੰਟ ਕੰਡੀਸ਼ਨ ਕੀ ਹੈ ਕਰੋਨਾ ਤੋਂ ਬਾਅਦ, ਐਂਡ ਇੰਟਰਨੈਸ਼ਨਲ ਸਟੂਡੈਂਟਸ ਦੇ ਕੀ ਫਿਊਚਰ ਹੈਗਾ ਉੱਥੇ। ਸੋ ਉੱਤਮ, ਵੈਲਕਮ, and please tell something about your institution, that is New European College. Okay, so hi everyone, sat shri akal sareyan nu. I'm Uttamdeep Kaur from New European College. I'm a business partner manager, and ਅਸੀਂ 2015 ਦੇ ਵਿੱਚ ਨਿਊ ਯੂਰਪੀਅਨ ਕਾਲਜ ਓਪਨ ਕੀਤਾ ਸੀਗਾ, ਐਂਡ ਉਸ ਟਾਈਮ ਅਸੀਂ ਆਈਯੂਬੀਐਚ ਯੂਨੀਵਰਸਿਟੀ ਨਾਲ ਕੰਮ ਕਰ ਰਹੇ ਸੀ, ਬਟ ਰਾਈਟ ਨਾਓ ਵੀ ਆਰ ਵਰਕਿੰਗ ਵਿਦ ਦ ਵਿਟਨਬਰਗ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਿਸ, ਐਂਡ ਆਵਰ ਅਕੈਡਮਿਕ ਪ੍ਰੋਗਰਾਮਸ ਆਰ ਲਾਈਕ ਰੀਅਲੀ ਯੂਨੀਕ। ਇਹ ਬਹੁਤ ਅਲੱਗ ਆ ਨਾਰਮਲ ਯੂਨੀਵਰਸਿਟੀਜ਼ ਤੋਂ। ਜਰਮਨੀ ਦੇ ਵਿੱਚ ਜਿੱਦਾਂ ਦੇ ਕੋਰਸਿਸ ਅਸੀਂ ਆਫਰ ਕਰ ਰਹੇ ਹਾਂ, ਹੋਰ ਕੋਈ ਨਹੀਂ ਕਰ ਰਿਹਾ। I can tell that. ਸਾਡੇ ਹਰ ਸਾਲ ਦੇ ਵਿੱਚ 6 ਇਨਟੇਕ ਹੁੰਦੇ ਆ, ਸੋ ਇਟਸ ਨੋਟ ਲਾਈਕ ਕਿ ਬੱਚੇ ਨੂੰ ਮਾਰਚ ਜਾਂ ਅਕਤੂਬਰ ਇਨਟੇਕ 'ਚ ਹੀ ਐਡਮਿਸ਼ਨ ਮਿਲੂਗੀ। ਇਨ ਕੇਸ ਬੱਚਾ ਅਕਤੂਬਰ 'ਚ ਮਿਸ ਕਰ ਦਿੰਦਾ, then he can start in December or he can start in February or March or May, ਕਿਸੇ ਵੀ ਟਾਈਮ, ਮਤਲਬ ਕਿ ਸਾਲ 'ਚ 6 ਟਾਈਮ ਬੱਚਾ ਸਟੱਡੀ ਸਟਾਰਟ ਕਰ ਸਕਦਾ। What is the current intake we are eyeing for? ਕਿਹੜਾ intake current ਹੈ ਜਿਹੜੇ ਅਸੀਂ work ਕਰ ਰਹੇ ਹਾਂ? Right now ਸਾਡਾ ਅਗਸਤ ਇਨਟੇਕ ਆ, but I would say ਕਿ ਹੁਣ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਕਿ embassies closed ਨੇ, but I got the update today ਕਿ embassies open ਨੇ ਹੁਣ, right? German embassy VFS is also accepting long term applications. ਹੁਣ ਸਭ ਕੁਛ ਯਾਨੀ ਕਿ ਥੋੜਾ ਜਿਹਾ ਨਾਰਮਲ ਹੋ ਰਿਹਾ, ਪਰ ਸਟੂਡੈਂਟਸ ਹਜੇ ਵੀ ਵੀਜ਼ਾ ਲਈ ਵੇਟ ਕਰ ਰਹੇ ਆ। ਅਸੀਂ ਹੁਣ ਇਸ ਟਾਈਮ ਆਨਲਾਈਨ ਕੋਰਸਿਸ ਆਫਰ ਕਰ ਰਹੇ ਹਾਂ, ਠੀਕ ਹੈ। ਜਿਹੜੇ ਸਟੂਡੈਂਟਸ ਕਈ ਇੰਡੀਆ ਤੋਂ ਵੀ ਸਾਡੇ ਨਾਲ ਆਨਲਾਈਨ ਕਲਾਸਿਸ ਅਟੈਂਡ ਕਰ ਰਹੇ ਆ, ਬਿਕੋਜ਼ ਬੱਚੇ ਸੋਚਦੇ ਆ ਕਿ ਹੁਣ ਮੈਂ 3 ਮਹੀਨੇ ਆਪਣੀ ਸਟੱਡੀ ਨੂੰ ਪਾਊਜ਼ ਨਹੀਂ ਦੇ ਸਕਦਾ, ਕਿ ਆਪਣਾ ਬੱਚਾ ਸਟੱਡੀ ਕੰਪਲੀਟ ਰੱਖਦਾ, ਜਦੋਂ ਤੱਕ ਉਹ ਜਰਮਨੀ ਆਉਂਦਾ ਉਹਦਾ ਇੱਕ ਸਮੈਸਟਰ ਆਲਰੇਡੀ ਕੰਪਲੀਟ ਹੋ ਚੁੱਕਿਆ ਹੁੰਦਾ। ਫਿਰ ਅਗਸਤ ਇਨਟੇਕ ਅਸੀਂ ਇਹ ਸੋਚ ਰਹੇ ਹਾਂ ਕਿ ਸਾਡੀ ਜਿਹੜੀ ਮਤਲਬ ਆਨਲਾਈਨ ਵੀ ਹੋਊਗੀ ਐਂਡ ਇਹ ਕੈਂਪਸ ਦੇ ਵਿੱਚ ਵੀ ਹੋਊਗੀ, ਕਿਉਂਕਿ ਜਿਹੜੇ ਬੱਚੇ ਨੂੰ ਵੀਜ਼ਾ ਮਿਲ ਜਾਊਗਾ ਉਹ ਆ ਕੇ ਆਪਣੀ ਆਨਲਾਈਨ ਸਟੱਡੀਜ਼ ਮਤਲਬ ਕੈਂਪਸ ਸਟੱਡੀਜ਼ ਕਰ ਸਕਦਾ ਕੰਟੀਨਿਊ। ਜਿਨ੍ਹਾਂ ਨੂੰ ਨਹੀਂ ਮਿਲੂਗਾ ਉਹ ਆਪਣਾ ਆਨਲਾਈਨ ਕੰਟੀਨਿਊ ਕਰ ਸਕਦੇ ਆ, ਯਾਨੀ ਕਿ ਥੋੜਾ ਜਿਹਾ ਬੈਲੈਂਸ ਹੈਗਾ। ਬਟ ਮੇਜਰ ਇਨਟੇਕ ਜਿਹੜਾ ਸਾਡਾ ਇਸ ਟਾਈਮ ਉਹ ਅਕਤੂਬਰ ਇਨਟੇਕ ਹੋਊਗਾ। But I think ਸਿਚੁਏਸ਼ਨਾਂ ਨੋਰਮਲਾਈਜ਼ ਹੋ ਜਾਣਗੀਆਂ, ਬਿਕਾਜ਼ UK ਦਾ VFS ਤੇ ਇਟਲੀ ਦਾ ਤੇ ਪੂਰਾ ਵਰਕ ਕਰ ਰਿਹਾ ਇੰਡੀਆ 'ਚ ਹੁਣ ਆਲਰੇਡੀ ਬਿਗਨ ਹੋ ਗਿਆ। ਕੈਨੇਡਾ ਨੇ ਆਨਲਾਈਨ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰਤੀਆਂ, ਐਂਡ ਆਲਰਾਈਟ, ਸੋ ਅਸੀਂ ਅਗਸਤ ਇਨਟੇਕ ਨੂੰ ਆਏ ਕਰ ਰਹੇ ਹਾਂ। ਕਿਸ ਤਰ੍ਹਾਂ ਦੇ ਕੋਰਸਿਸ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਾ ਸਕਦੇ ਹਾਂ ਬੈਚਲਰ ਸਟੂਡੈਂਟਸ ਨੂੰ? ਪਹਿਲਾਂ for the bachelor students ਅਸੀਂ bachelor ਤੇ pathway, or should I talk about pathway separately? ਕਿ ਮਤਲਬ bachelor any way you want. Yeah, bachelor and pre-bachelor, bachelor ਦੇ ਜਿਹੜੇ 2 ਕੋਰਸਿਸ ਆ। ਸੋ ਡਾਇਰੈਕਟ ਬੈਚਲਰ ਵਿੱਚ ਉਹ ਸਟੂਡੈਂਟ ਜਾ ਸਕਦੇ ਆ ਜਿਨ੍ਹਾਂ ਦਾ ਹਾਈ ਸਕੂਲ ਹੈਗਾ। ਹਾਈ ਸਕੂਲ ਦੇ ਵਿੱਚ ਉਹਨਾਂ ਦੀ ਮਿਨੀਮਮ ਪਰਸੈਂਟੇਜ ਜਿਹੜੀ ਆ ਉਹ 45% ਹੋਣੀ ਚਾਹੀਦੀ ਆ, ਐਂਡ ਉਹਨਾਂ ਦੇ ਆਇਲਸ ਦੇ 6.0 ਬੈਂਡ ਹੋਣੇ ਚਾਹੀਦੇ। ਡਜ਼ਨਟ ਮੈਟਰ, ਇਟਸ ਨੋਟ ਨੈਸੈਸਰੀ ਕਿ 6 ਈਚ ਹੋਣ, ਓਵਰਆਲ 6 ਹੋਣੇ ਚਾਹੀਦੇ ਆ, ਤੇ ਦੈਨ ਬੱਚਾ ਜਿਹੜਾ ਆ ਉਹ ਡਾਇਰੈਕਟ ਬੈਚਲਰ ਵਾਸਤੇ ਜਾ ਸਕਦਾ। ਤੋ ਇਸ ਟਾਈਮ ਅਸੀਂ 3 ਸਪੈਸ਼ਲਾਈਜੇਸ਼ਨ ਜਿਹੜੀਆਂ ਆਫਰ ਕਰ ਰਹੇ ਹਾਂ ਬੈਚਲਰ ਪ੍ਰੋਗਰਾਮ 'ਚ, ਜਿਹੜੀਆਂ ਹੁੰਦੀਆਂ ਇਕਨੋਮਿਕਸ ਮੈਨੇਜਮੈਂਟ, ਫਾਈਨੈਂਸ ਐਂਡ ਮਾਰਕੀਟਿੰਗ ਤੇ ਕਮਿਊਨੀਕੇਸ਼ਨ। ਮੇ ਬੀ ਦਸੰਬਰ 'ਚ ਅਸੀਂ ਹੋਰ ਵੀ ਸਪੈਸ਼ਲਾਈਜੇਸ਼ਨ ਲੈ ਕੇ ਆਵਾਂਗੇ, ਬਟ ਜਿਹੜੀ ਤੁਹਾਡੀ ਸਪੈਸ਼ਲਾਈਜੇਸ਼ਨ ਹੁੰਦੀ ਆ ਉਹ ਤੁਹਾਡੇ 3rd ਈਅਰ ਜਾਂ 2nd ਈਅਰ ਦੇ ਐਂਡ ਤੇ ਜਾ ਕੇ ਹੁੰਦੀ ਆ। ਸੋ ਪਹਿਲੇ ਜਿਹੜੇ 4 ਸਮੈਸਟਰ ਆ ਤੁਸੀਂ ਸਾਰੇ ਸਟੂਡੈਂਟਸ ਨਾਲ ਸੇਮ ਹੀ ਪੜ੍ਹਦੇ ਹੋ, ਠੀਕ ਹੈ। So this is the like requirement 6.0 band and minimum 45% in the high school. ਇਹੀ ਚੀਜ਼ ਅਸੀਂ ਸਟੂਡੈਂਟਸ ਨੂੰ ਵੀ ਸਮਝਾਉਣ ਦੀ ਕਰਦੇ ਹਾਂ that normally courses same ਹੀ ਹੁੰਦੇ ਨੇ, ਬਸ ਇੱਕ ਅੱਧੇ ਸਬਜੈਕਟ ਦਾ ਥੋੜਾ ਜਿਹਾ ਡਿਫਰੈਂਸ ਹੁੰਦਾ ਹੈ, and normally students ਸਮਝ ਵੀ ਜਾਂਦੇ ਨੇ। So what is the future after bachelor's for students? What kind of jobs they can do? As I know ਕਿ ਤੁਸੀਂ ਹੁਣੇ ਆਪਣੀ education complete ਕੀਤੀ ਹੈ and you're working for such a esteemed institution, what will you like to guide people ਕਿ ਉਹਨਾਂ ਨੂੰ ਕੀ ਮਾਈਂਡ 'ਚ ਲੈ ਕੇ ਜਰਮਨੀ ਆਉਣਾ ਚਾਹੀਦਾ? ਪਹਿਲੀ ਗੱਲ ਤੇ ਮੈਂ ਇਹੀ ਕਹਾਂਗੀ ਕਿ ਅਗਰ ਤੁਹਾਡੀ ਡਾਇਰੈਕਟ ਬੈਚਲਰਸ ਐਡਮਿਸ਼ਨ ਹੁੰਦੀ ਆ, ਇਹ ਨਾ ਸੋਚੋ ਵੀ ਤੁਸੀਂ ਕੈਨੇਡਾ ਜਾ ਰਹੇ ਆ, ਤੁਸੀਂ ਜਰਮਨੀ ਆ ਰਹੇ ਆ। ਬਹੁਤ ਡਿਫਰੈਂਸ ਹੈ ਕੈਨੇਡਾ ਦਾ ਤੇ ਜਰਮਨੀ ਦਾ। ਉੱਥੇ ਬੱਚੇ ਜਿਹੜੇ ਆ ਵੱਧ ਤੋਂ ਵੱਧ ਕੰਮ ਕਰਦੇ ਆ, ਕਲਾਸਿਸ ਘੱਟ ਲਾਉਂਦੇ ਆ, ਜਿੰਨਾ ਮਰਜ਼ੀ ਕੰਮ ਕਰੀ ਜਾਂਦੇ ਆ। ਪਰ ਜਰਮਨੀ, I like ਜਰਮਨੀ। ਮੈਂ ਕੈਨੇਡਾ ਵੀ ਜਾ ਸਕਦੀ ਸੀ, I got like offer from Canada, I didn't go. ਰੀਜ਼ਨ ਬੀਇੰਗ ਕਿ ਜਦੋਂ ਮੈਂ ਰਿਸਰਚ ਕੀਤਾ, ਪਹਿਲੀ ਗੱਲ ਤਾਂ ਮੇਰੇ ਪੇਰੈਂਟਸ ਇੱਥੇ ਆ, ਫਸਟ ਰੀਜ਼ਨ। ਦੂਸਰੀ ਗੱਲ ਇਹ ਸੀਗੀ ਕਿ ਜਰਮਨੀ ਹੈਜ਼ ਅ ਕੁਆਲਿਟੀ ਆਫ ਲਾਈਫ। ਜਰਮਨੀ ਜਿਹੜਾ ਆ ਯੂਰਪ ਦਾ ਸੈਂਟਰ ਆ,
ਠੀਕ ਆ ਹੁਣ ਜਿੱਦਾਂ ਤੁਸੀਂ ਕਿਤੇ ਵੀ ਜਾਣੇ ਉਹ ਯਾਰ ਮੈਂ ਕੋਈ ਯੂਰਪ ਘੁੰਮਣ ਗਿਆ ਇਹ ਉਹ ਆਈ ਮੀਨ ਯੂਰਪ ਬਹੁਤ ਸੋਹਣਾ ਆ ਟੂ ਬੀ ਓਨੈਸਟ ਇਟਸ ਲਾਈਕ ਰੀਅਲੀ ਬਿਊਟੀਫੁਲ ਤੇ ਸਾਡੇ ਤੋਂ ਮਿਊਨਿਕ ਤੋਂ ਸਵਿਟਜ਼ਰਲੈਂਡ ਆਈ ਥਿੰਕ ਅਰਾਊਂਡ 2 ਆਵਰਸ ਦੀ ਡਰਾਈਵ ਆ Austria 3 hours, Italy 4 hours. I mean, we are in the center of Europe. I mean, it's really beautiful. It has a quality of life. ਨਾਲ ਜਿਹੜੀ ਪ੍ਰੋਵਿੰਸ 'ਚ ਤੁਹਾਡਾ ਇੰਸਟੀਟਿਊਸ਼ਨ ਆ ਉਹ ਵੀ ਸਭ ਤੋਂ ਸੋਹਣੀ ਪ੍ਰੋਵਿੰਸ ਮੰਨੀ ਜਾਂਦੀ ਹੈ। That is ਅਸੀਂ ਬਾਰਨ 'ਚ ਆ ਬਵੇਰੀਆ ਤੇ ਇੱਥੇ ਜਿਹੜੇ ਆਲਪਸ ਆ ਐਂਡ ਲੇਕਸ ਨੇ ਐਂਡ ਸਾਡੇ ਤੋਂ 2 ਘੰਟੇ ਦੀ ਦੂਰੀ ਤੇ ਜਿਹੜਾ ਆ ਜਰਮਨੀ ਦਾ ਸਭ ਤੋਂ ਵੱਡਾ ਪਹਾੜ ਆ Zugspitze. And it's like really beautiful, I would say. Yeah, so it has a quality of life, one thing. ਦੂਜੀ ਗੱਲ ਇਹ ਕਿ ਬੱਚੇ ਨੂੰ ਇਹ ਸੋਚ ਕੇ ਆਉਣਾ ਚਾਹੀਦਾ ਕਿ ਮੈਂ ਆਪਣੀ ਸਟੱਡੀਜ਼ ਕੰਪਲੀਟ ਕਰਨੀ ਆ ਅਗਰ ਉਹ ਇਹ ਸੋਚ ਰਿਹਾ ਕਿ ਮੈਂ ਉੱਥੇ ਜਾ ਕੇ ਕੰਮ ਕਰੂੰਗਾ ਠੀਕ ਹੈ I mean you can work of course you have to work ਮੈਂ ਵੀ ਕੰਮ ਕੀਤਾ ਸਾਈਡ ਬਾਈ ਸਾਈਡ ਸਟੱਡੀਜ਼ ਵਾਸਤੇ ਆਪਣੇ ਐਕਸਪੈਂਸਸ ਕੱਢਣ ਵਾਸਤੇ ਤੁਸੀਂ ਇੱਕ ਹਫ਼ਤੇ 'ਚ 20 ਘੰਟੇ ਕੰਮ ਕਰ ਸਕਦੇ ਹੋ ਤੇ ਤੁਸੀਂ ਆਪਣੇ ਲਿਵਿੰਗ ਐਕਸਪੈਂਸਸ ਈਜ਼ੀਲੀ ਕੱਢ ਸਕਦੇ ਹੋ ਮਿਊਨਿਕ ਵਰਗੀ ਸਿਟੀ ਦੇ ਵਿੱਚ ਬਿਕੋਜ਼ ਇੱਥੇ ਜਿਹੜੀ ਆ ਮਿਨੀਮਮ ਸੈਲਰੀਜ਼ ਆ ਬਾਕੀ ਸਟੇਟਸ ਤੋਂ ਵੱਧ ਆ ਠੀਕ ਹੈ ਕਿਸ ਤਰ੍ਹਾਂ ਦਾ ਕੰਮ ਬੱਚਿਆਂ ਨੂੰ ਮਿਲਦਾ ਜਿਹੜੇ ਸਾਡੇ ਹੁਣ ਸਟੂਡੈਂਟਸ ਆ ਮੋਸਟਲੀ ਜਾਂ ਤੇ ਉਹ ਰੈਸਟੋਰੈਂਟਸ 'ਚ ਕੰਮ ਕਰਦੇ ਆ ਲਾਈਕ KFC ਹੋ ਗਿਆ ਸਬਵੇ ਹੋ ਗਿਆ ਪਿਜ਼ਾ ਹਟ ਔਰ ਸੋ ਜਾਂ ਤੇ ਉਹ ਐਮਾਜ਼ੋਨ 'ਚ ਕੰਮ ਕਰਦੇ ਆ ਐਮਾਜ਼ੋਨ 'ਚ ਜਸਟ ਕੁਝ ਉਹਨਾਂ ਨੂੰ ਪੈਕੇਜਸ ਵਗੈਰਾ ਸਕੈਨ ਕਰਨੇ ਹੁੰਦੇ ਆ ਐਂਡ ਜਾਂ ਇੱਕ ਡਿਲੀਵਰੀ ਸਰਵਿਸਿਜ਼ ਆ ਆਈ ਮੀਨ ਮਿਊਨਿਕ ਦੇ ਵਿੱਚ ਕੰਮ ਦੀ ਕੋਈ ਕਮੀ ਨਹੀਂ ਆ ਬਸ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਆ ਦੇ ਕੈਨ ਵਰਕ ਯੂ ਨੋ ਸੋ ਦੇ ਕੈਨ ਵਰਕ ਸੋ I appreciate ਕਿ ਜਿਹੜੇ ਬੱਚੇ ਕੰਮ ਵੀ ਕਰਦੇ ਆ ਪੜ੍ਹਦੇ ਵੀ ਆ ਤੁਹਾਨੂੰ ਕੰਮ ਕਰਨਾ ਵੀ ਪੈਣਾ ਹੈ ਬਿਕੋਜ਼ ਤੁਸੀਂ ਆਪਣੇ ਐਕਸਪੈਂਸਿਸ ਲਈ ਆਪਣੇ ਘਰਦਿਆਂ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਤੁਹਾਨੂੰ this is what I think ਠੀਕ ਹੈ ਜਿੱਦਾਂ ਤੁਹਾਡੀ ਸੋਚ ਹੈ ਉਦਾਂ ਹੀ ਇੰਡੀਆ ਦੇ ਸਪੈਸੀਫਿਕਲੀ ਸਟੂਡੈਂਟਸ ਦੀ ਸੋਚ ਚੇਂਜ ਹੋ ਰਹੀ ਹੈ that Canada is very crowded and they don't have any leading manufacturing thing like Germany is the automotive hub of the world not just Europe of the world ਤੇ ਚੌਥੀ ਲਾਰਜੈਸਟ GDP ਹੈ ਜਰਮਨੀ ਸੋ ਇਹ ਜਿਹੜੇ ਪੋਜ਼ਿਟਿਵਸ ਹੈਗੇ ਨੇ ਜਿਵੇਂ ਤੁਸੀਂ ਨੋਟਿਸ ਕੀਤੇ ਹੋ ਤਾਂ ਬਹੁਤ ਜ਼ਿਆਦਾ ਬੱਚੇ ਨੋਟਿਸ ਕਰ ਰਹੇ ਨੇ ਐਟ ਪ੍ਰੈਜ਼ੈਂਟ ਓਕੇ ਸੋ ਮਾਸਟਰਸ ਦੇ ਜੇ ਬੱਚੇ ਨੇ ਮਾਸਟਰਸ ਕੀਤੀ ਹੈ ਉਹਨਾਂ ਲਈ ਕੀ ਆਪਸ਼ਨਸ ਨੇ ਸਾਡੇ ਕੋਲ ਕੀ ਰਿਕੁਆਇਰਮੈਂਟਸ ਨੇ ਅਗਰ ਬੱਚਾ ਮਾਸਟਰਸ ਲਈ ਹੋਣਾ ਚਾਹੀਦਾ ਜਾਂ ਜਿਨ੍ਹਾਂ ਨੇ ਆਲਰੇਡੀ ਮਾਸਟਰ ਕਰ ਚੁੱਕੇ ਹਨ ਜਿਨ੍ਹਾਂ ਨੇ ਮਾਸਟਰਸ ਲਈ ਜਾਣਾ ਹੈ Yeah, okay. So masters ਵਾਸਤੇ ਸਾਡੇ ਕੋਲ pre-masters ਦੇ course ਆ and MBM, Master in Business Management and MBA ਦੇ courses ਆ so for pre-MBM ਉਹਨਾਂ students ਵਾਸਤੇ ਆ ਜਿਨ੍ਹਾਂ ਦਾ ਜਿਹੜਾ business background ਆ ਉਹ ਜਿਨ੍ਹਾਂ ਦਾ non-business background ਆ like engineering ਹੋ ਗਿਆ ਜਾਂ doctors ਹੋ ਗਏ like ਉਹ ਬੱਚੇ pre-masters ਵਾਸਤੇ apply ਕਰ ਸਕਦੇ ਉਹਨਾਂ ਦੀ duration 2 ਸਾਲ ਦੀ ਹੋਊਗੀ ਇੱਕ semester ਦੇ ਵਿੱਚ ਉਹ basics ਪੜ੍ਹਨਗੇ business ਦੇ like very basic things and then 1.5 ਸਾਲ ਉਹਨਾਂ ਦਾ ਫਿਰ ਉਹ MBM 'ਚ ਚਲ ਜਾਣਗੇ ਫਿਰ ਉਹ ਡਾਇਰੈਕਟ ਮਾਸਟਰਸ 'ਚ ਚਲ ਜਾਣਗੇ ਸੋ ਪ੍ਰੀ ਮਾਸਟਰਸ ਦੀ ਜਿਹੜੀ ਡਿਊਰੇਸ਼ਨ ਆ ਉਹ 2 ਸਾਲ ਦੀ ਹੈ 4 ਸਮੈਸਟਰ IELTS ਰਿਕੁਆਇਰਮੈਂਟ ਇਜ਼ 6.0 ਐਂਡ ਜਿਹੜੀ ਉਹਨਾਂ ਦੀ ਡਿਗਰੀ ਆ ਉਹ could be BTech or any non-business degree okay for direct master it should be related to the business field okay so and other things 6.5 IELTS and ਜਿਹੜੀ degree ਉਹਨਾਂ ਦੀ ਉਹ honors ਹੋਣੀ ਚਾਹੀਦੀ ਆ should not be a journal degree I mean it should be a honors degree and then we have MBA ਦੇ ਵਿੱਚ same as masters like honors degree or could be BTech as well you know masters ਲਈ MBA ਵਾਸਤੇ matter ਨਹੀਂ ਕਰਦਾ ਕਿ ਤੁਹਾਡਾ business background ਹੈਗਾ ਜਾਂ ਨਹੀਂ ਹੈਗਾ you know let's say you are an engineer and ਤੁਸੀਂ ਕਿਸੇ company 'ਚ manager ਦੀ job ਕਰਨਾ ਚਾਹੁੰਦੇ ਹੋ ਸੋ ਦੀ ਜੌਬ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ IT ਦਾ ਐਕਸਪੀਰੀਅੰਸ ਹੈਗਾ ਜਾਂ that you have BTech ਪਰ ਹੁਣ ਤੁਸੀਂ ਆਪਣੀ ਜਿਹੜੀ ਆ ਮੈਨੇਜਰਸ ਦੀ ਸਕਿੱਲਸ ਨੂੰ ਗੇਨ ਕਰਨਾ ਚਾਹੁੰਦੇ ਆ ਲੀਡਰਸ਼ਿਪ ਦੀ ਸਕਿੱਲਸ ਨੂੰ ਗੇਨ ਕਰਨਾ ਚਾਹੁੰਦੇ ਆ then you go for MBA ਪਰ ਇਹਦੇ ਵਾਸਤੇ ਤੁਹਾਡੇ ਕੋਲ ਜਿਹੜਾ 3 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ that is mandatory ਸਾਲ ਦਾ ਵਰਕ ਐਕਸਪੀਰੀਅੰਸ ਅਦਰਵਾਈਜ਼ ਪ੍ਰੀ ਮਾਸਟਰਸ 'ਚ ਹੀ ਐਡਮਿਸ਼ਨ ਮਿਲੇਗੀ otherwise pre-masters but well if a student is going for MBA ਤੇ ਉਹ ਮਤਲਬ ਇੱਕ ਉਹ ਬੰਦਾ MBA ਵਾਸਤੇ ਜਾਂਦਾ ਜਿਹਨੂੰ ਪਤਾ ਹੁੰਦਾ ਕਿ like he should know that why I'm going for MBA ਕਿ you know ਮੇਰੇ ਕੋਲ BTech ਹੈਗੀ ਆ ਮੇਰੇ ਕੋਲ work experience ਆ some universities do accept 2 years of work experience ਪਰ ਸਾਡੇ ਵਾਸਤੇ 3 years ਜ਼ਰੂਰੀ ਆ in some cases let's say ਕਿ ਬੱਚੇ ਕੋਲ 2 ਸਾਲ 9 ਮਹੀਨੇ ਦਾ work experience ਆ ਜਾਂ 2 ਸਾਲ 8 ਮਹੀਨੇ ਦਾ work experience ਆ we can look into that
ਤੁਹਾਡੇ ਮਾਸਟਰਸ ਦੇ ਕੋਰਸਸ ਵੇਖਿਆ ਸੀ, they are very amazing, like internship and innovation, digital marketing and communication. It's like everything that you need for the current world. The world is changing. The way we used to market things is changing. Like for now, we are talking with each other, we are talking digitally, and we will put this conversation on the social media and we will market it digitally. So digital marketing and communication, the options ਤੁਸੀਂ ਦੇ ਰਹੇ ਹੋ, innovation and entrepreneurship ਦੇ options ਤੁਸੀਂ ਦੇ ਰਹੇ ਹੋ. I think students ਨੂੰ ਇਸ ਚੀਜ਼ ਨੂੰ ਦੇਖਣਾ ਚਾਹੀਦਾ, ਸਮਝਣਾ ਚਾਹੀਦਾ, right? ਹੁਣ ਪਹਿਲਾਂ beginning ਤੋਂ ਲੈ ਕੇ ਬਿਗਨਿੰਗ ਤੋਂ ਲੈ ਕੇ ਐਂਡ ਤੱਕ, ਮਤਲਬ ਕਿ ਜਿਹੜਾ ਬੱਚਾ, ਉਹਦਾ ਫੀਸ ਸਟਰਕਚਰ ਕੀ ਰਹੂਗਾ, ਬੈਚਲਰਸ ਦਾ, ਮਾਸਟਰਸ ਦਾ ਜਾਂ ਪ੍ਰੀ ਮਾਸਟਰਸ ਦਾ, ਤੁਸੀਂ ਜੇ ਥੋੜਾ ਐਕਸਪਲੇਨ ਕਰ ਸਕੋ ਕੀ ਪ੍ਰੋਸੈਸ ਰਹੇਗਾ ਤਾਂ ਕਿ ਸਟੂਡੈਂਟਸ ਥੋੜੇ ਜਿਹੇ ਈਜ਼ ਹੋ ਜਾਣ, ਐਂਡ ਤੁਹਾਡੀ ਜਿਹੜੀ ਵਨ ਟਾਈਮ ਐਨਰੋਲਮੈਂਟ ਫੀ ਹੈ, ਵਾਈ ਵੀ ਆਰ ਟੇਕਿੰਗ ਦ ਫੀ, ਪਲੀਜ਼ ਐਕਸਪਲੇਨ ਦੈਟ ਟੂ them. Okay, so ਸਭ ਤੋਂ ਪਹਿਲਾਂ ਤੇ ਜਦੋਂ ਤੁਸੀਂ ਸਾਨੂੰ ਸਟੂਡੈਂਟਸ ਦੇ ਡਾਕੂਮੈਂਟ ਸੈਂਡ ਕਰਦੇ ਆ, we make sure ਕਿ ਅਸੀਂ ਤੁਹਾਨੂੰ same day ਰਿਪਲਾਈ ਕਰਦੇ ਆ ਕਿ okay, student is good to go, like within 24 hours we must reply to you, this is our policy. Okay, then ਅਗਰ ਕੋਈ ਮਿਸਿੰਗ ਡਾਕੂਮੈਂਟਸ ਹੈ, you send us, ਤੇ ਫਿਰ 48 hours ਦੇ ਵਿੱਚ ਅਸੀਂ ਸਟੂਡੈਂਟ ਨੂੰ ਸਕਾਈਪ ਇੰਟਰਵਿਊ ਵਾਸਤੇ ਇਨਵਾਈਟ ਕਰਦੇ ਆ, ਠੀਕ ਹੈ। once interview is done and student ਨੇ ਜਿਹੜੀ ਇੰਟਰਵਿਊ ਬਹੁਤ ਹੀ ਬੇਸਿਕ ਹੁੰਦਾ, ਕਾਈਂਡ ਆਫ ਜਿੱਦਾਂ ਐਮਬੈਸੀਜ਼ ਚ ਤੁਹਾਨੂੰ ਕੁਐਸਚਨ ਪੁੱਛਦੇ ਆ ਕਿ why you are going to Germany, ਕਿਉਂ, ਕਈ ਬੱਚੇ ਕਹਿੰਦੇ ਆ ਕਿ ਮੈਂ ਜਰਮਨੀ ਜਾਣਾ ਬਿਕਾਜ਼ ਮੈਨੂੰ ਹਿਟਲਰ ਪਸੰਦ ਆ, you know, so it was kind of very funny scene. so yeah, ਕਿ ਤੁਸੀਂ ਜਰਮਨੀ ਕਿਉਂ ਜਾਣਾ, ਕਿਹੜਾ ਕੋਰਸ ਆ, ਸੇਮ ਕੁਐਸਚਨ ਤੁਹਾਨੂੰ ਐਮਬੈਸੀ ਚ ਪੁੱਛਦੇ ਆ। ਜਦੋਂ ਮੇਰੀ ਇੰਟਰਵਿਊ ਹੋਈ ਸੀ, ਮੈਨੂੰ ਨਹੀਂ ਪਤਾ ਸੀ ਕਿ I didn't know more about Munich, and they asked me like, what do you know about Munich? I was like, I don't know, seriously. I mean, I was honest there. Yeah. So agar ਤੁਹਾਨੂੰ ਨਹੀਂ ਪਤਾ to be honest, and yeah, तो ਅਗਰ ਬੱਚਾ ਇੰਟਰਵਿਊ ਪਾਸ ਕਰ ਲੈਂਦਾ, ਉਸ ਤੋਂ ਬਾਅਦ ਅਸੀਂ ਉਹਨੂੰ ਪ੍ਰੋਵੀਜ਼ਨਲੀ ਐਕਸੈਪਟ ਕਰਦੇ ਹਾਂ। ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਫੀਸ ਪੇ ਕਰਨੀ ਪਊਗੀ 3650, ਵਿੱਚੋਂ ਜਿਹੜੀ 3000 ਦੇ ਵਿੱਚ ਟਿਊਸ਼ਨ, ਐਡਵਾਂਸ ਟਿਊਸ਼ਨ ਫੀ ਆ 1500 ਪਹਿਲੇ ਸਮੈਸਟਰ ਦੀ ਤੇ 1500 ਦੂਜੇ ਸਮੈਸਟਰ ਦੀ, ਠੀਕ ਹੈ। ਐਂਡ 650 ਜਿਹੜੀ ਆ ਉਹ ਇਨਰੋਲਮੈਂਟ ਫੀਸ ਹੁੰਦੀ ਆ, ਜਿੱਦਾਂ ਅਸੀਂ ਬੱਚੇ ਨੂੰ ਯੂਨੀਵਰਸਿਟੀ ਦੇ ਨਾਲ ਇਨਰੋਲ ਕਰਨਾ ਹੁੰਦਾ, ਉਹਦੀ ਵਨ ਟਾਈਮ ਫੀਸ ਆ, ਮਤਲਬ 3 ਸਾਲਾਂ ਦੀ ਲੈਂਦੇ ਆ ਬਿਗਨਿੰਗ ਆਫ ਦ ਸਟੱਡੀਜ਼। ਓਕੇ, ਸੋ ਵਨਸ ਸਟੂਡੈਂਟ ਜਦੋਂ ਫੀਸ ਪੇ ਕਰ ਦਿੰਦਾ, ਦੈਨ ਅਸੀਂ ਉਹਨੂੰ ਫਾਈਨਲ ਲੈਟਰਸ ਦੇ ਦਿੰਦੇ ਆ ਐਮਬੈਸੀ ਵਾਸਤੇ। ਸੋ ਵੀਜ਼ਾ ਵਾਸਤੇ ਜਿੰਨੇ ਵੀ ਡਾਕੂਮੈਂਟਸ ਰਿਕੁਆਇਰ ਹੁੰਦੇ ਆ, ਚਾਹੇ ਉਹ ਅਪਾਰਟਮੈਂਟ ਦਾ ਹੋ ਗਿਆ, ਤੁਹਾਨੂੰ ਕਿਸੇ ਵੀ ਬੱਚੇ ਦੀ ਹੋਟਲ ਬੁਕਿੰਗ ਕਰਨ ਦੀ ਲੋੜ ਨਹੀਂ ਹੈਗੀ। ਅਸੀਂ ਤੁਹਾਨੂੰ ਇੱਕ ਡਾਕੂਮੈਂਟ ਦਿੰਦੇ ਆ ਜਿਹਦੇ ਚ ਲਿਖਿਆ ਹੁੰਦਾ ਕਿ ਵੀ ਹੈਵ ਅ ਪਲੇਸ ਰਿਜ਼ਰਵ ਫॉर ਦ ਸਟੂਡੈਂਟ, ਔਰ ਵੀ ਵਿਲ ਹੈਲਪ ਹਿਮ ਕਿ ਅਕੋਮੋਡੇਸ਼ਨ ਵਾਸਤੇ, ਬਿਕਾਜ਼ ਉਹਨਾਂ ਦਾ ਮੇਨ ਕੁਐਸਚਨ ਇਹੀ ਹੁੰਦਾ ਕਿ ਤੁਸੀਂ ਰਹਿਣਾ ਕਿੱਥੇ ਜਾ ਕੇ ਹੈ, ਠੀਕ ਹੈ। ਦੈਨ ਸਟੂਡੈਂਟ ਉਹਨਾਂ ਨੂੰ ਪੇਪਰ ਦਿਖਾ ਸਕਦਾ, one thing. and ਜਦੋਂ ਉਸ ਤੋਂ ਬਾਅਦ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ, ਫਿਰ ਉਹਨੂੰ ਪੈਂਡਿੰਗ ਟਿਊਸ਼ਨ ਫੀਸ ਪੇ ਕਰਨੀ ਹੁੰਦੀ ਆ। ਜਿੱਦਾਂ ਬੈਚਲਰਸ ਦੀ ਜਿਹੜੀ ਆ, ਉਹ ਸਾਡੀ ਟਿਊਸ਼ਨ ਫੀਸ ਹੈਗੀ ਆ 4900, ਉਹਦੇ ਵਿੱਚ ਬੱਚੇ ਨੂੰ 1500 ਦੇ ਦਿੱਤਾ, ਠੀਕ ਆ। ਸੋ ਬੱਚਾ ਜਿਹੜਾ ਵੀਜ਼ੇ ਤੋਂ ਬਾਅਦ 3400 ਦਊਗਾ, ਠੀਕ ਹੈ। ਐਂਡ ਦੈਨ ਉਹ ਆਪਣੀ ਇੱਥੇ ਆ ਕੇ ਸਟੱਡੀ ਕੰਟੀਨਿਊ ਕਰ ਸਕਦਾ। ਐਂਡ ਸੇਮ ਕੇਸ ਫॉर ਮਾਸਟਰ, ਅਗਰ ਮਾਸਟਰ ਦੀ 6100 ਸਾਡੀ ਟਿਊਸ਼ਨ ਫੀਸ ਆ, ਉਹਦੇ ਚੋਂ ਮਾਈਨਸ 1500 ਕਰੀਏ ਤੇ ਉਸ ਸਟੂਡੈਂਟ ਨੂੰ 4900 ਪੇ ਕਰਨਾ, ਸੌਰੀ 500 ਪੇ ਕਰਨਾ ਪੈਂਦਾ। ਜੇ ਅਸੀਂ ਤੁਹਾਨੂੰ ਪੁੱਛੀਏ ਕਿ ਤੁਹਾਡੀ ਪਰਸੈਂਟੇਜ ਕੀ ਹੈ, ਫॉर एग्जांपल ਬੈਚਲਰ ਸਟੂਡੈਂਟ ਜਦੋਂ ਪਾਸ ਆਊਟ ਹੋ ਕੇ ਜਾਂਦਾ ਹੈ, ਡੂ ਦੇ ਗੈਟ ਜੌਬਸ in their specific fields that they have studied? For the voice was not the job. Like for example, I'm a student, I've studied bachelor's, let's assume मैं financial service management पढ़ा है, do I get the job in the particular field? So once you graduate from with us, right? Yeah. Well, I would say the one thing I love about Munich is the unemployment rate in Munich is very low. ਬਹੁਤ ਸਾਰੀਆਂ ਜਰਮਨੀ ਦੀ ਸਿਟੀਜ਼ ਦੇ ਕੰਪੈਰੀਜ਼ਨ ਮਿਊਨਿਕ ਚ ਜਿਹੜਾ ਅਨਇੰਪਲੋਇਮੈਂਟ ਰੇਟ ਬਹੁਤ ਘੱਟ ਆ। ਰੀਜ਼ਨ ਬੀਇੰਗ ਵੀ ਇੱਥੇ ਅਰਾਊਂਡ 8000 ਕੰਪਨੀਜ਼ ਆ, ਇਨਕਲੂਡਿੰਗ ਮਲਟੀਨੈਸ਼ਨਲ ਕੰਪਨੀਜ਼ ਹੋ ਗਿਆ, ਜਿੱਦਾਂ BMW ਹੋ ਗਈ, ਸੀਮਨਸ ਹੋ ਗਈ, ਆਲੀਅੰਸ ਹੋ ਗਈ, ਠੀਕ ਹੈ। ਸਾਰੀਆਂ ਇੱਥੇ ਹੀ ਬੇਸਡ ਆ, ਸਾਰਿਆਂ ਦੇ ਹੈਡਕੁਆਰਟਰਸ ਇੱਥੇ ਆ। ਤੇ ਮਿਊਨਿਕ ਦੇ ਵਿੱਚ 2019 ਚ ਅਰਾਊਂਡ 29000 ਵੈਕੈਂਸੀਜ਼ ਸੀਗੀਆਂ। ਇਹਦਾ ਮਤਲਬ ਇਹ ਹੈ ਕਿ ਕੰਪਨੀਜ਼ ਨੂੰ ਇੰਪਲੋਇਜ਼ ਚਾਹੀਦੇ ਆ ਕੰਮ ਕਰਨ ਵਾਸਤੇ, you know. ਰੀਜ਼ਨ ਬੀਇੰਗ ਕਿ ਪਹਿਲਾਂ ਜਰਮਨੀ ਇੰਨੇ ਸਟੂਡੈਂਟ ਵੀਜ਼ੇ ਨਹੀਂ ਦਿੰਦਾ ਸੀ ਜਿੰਨੇ ਹੁਣ ਦੇ ਰਿਹਾ, ਬਿਕਾਜ਼ ਇਹਨਾਂ ਦੀ ਆਪਣੀ ਜਨਰੇਸ਼ਨ ਇੰਨਾ ਪੜ੍ਹਦੀ ਨਹੀਂ ਹੈ, ਇਹ ਮਸਾਂ ਹੀ 10 ਕਰਦੇ ਆ, ਦੈਟਸ ਇਟ। ਇਹਨਾਂ ਵਾਸਤੇ 12 ਕਰਨੀਆਂ ਵੀ ਬਹੁਤ ਕਰਦੇ ਆ, ਲਾਈਕ ਆਈ ਵੁੱਡ ਸੇ ਕਿ 20% ਕਰਦੇ ਵੀ ਆ, ਬਟ ਜ਼ਿਆਦਾਤਰ ਨਹੀਂ।
ਜ਼ਿਆਦਾਤਰ ਡਿਪਲੋਮਾਸ ਕਰਦੇ, ਇਸ ਕਰਕੇ ਇਹਨਾਂ ਨੂੰ ਕੰਪਨੀਜ਼ 'ਚ ਕੰਮ ਕਰਨ ਵਾਸਤੇ EMPLOYEES ਦੀ ਲੋੜ ਆ, ਠੀਕ ਆ। ਐਂਡ ਆਈ ਵੁੱਡ ਸੇ ਕਿ ਜਦੋਂ ਤੁਸੀਂ ਕਿਸੇ ਮਤਲਬ ਤੁਸੀਂ ਗ੍ਰੈਜੂਏਟ ਹੋ ਗਏ ਆ, ਠੀਕ ਹੈ, ਮੈਂ ਤਾਂ ਇਹੀ ਕਹਾਂਗੀ ਕਿ ਤੁਹਾਨੂੰ 3rd ਜਾਂ 4th ਸਮੈਸਟਰ 'ਚ ਤੁਹਾਡੀ ਇੰਟਰਨਸ਼ਿਪ ਹੁੰਦੀ ਆ, ਠੀਕ ਹੈ। Okay. ਜਦੋਂ ਤੁਸੀਂ ਕਿਸੇ ਕੰਪਨੀ 'ਚ ਇੰਟਰਨਸ਼ਿਪ ਕਰਦੇ ਆ, ਤੁਹਾਨੂੰ ਮੇਕ ਸ਼ੋਰ ਕਿ ਤੁਸੀਂ ਆਪਣਾ ਬੈਸਟ ਦਵੋ, ਬਿਕੋਜ਼ ਚਾਂਸਸ ਆਰ 90% ਕਿ ਉਹ ਤੁਹਾਨੂੰ ਫੁੱਲ ਟਾਈਮ ਜੌਬ ਦੇਣਗੇ ਤੁਹਾਡੀ ਇੰਟਰਨਸ਼ਿਪ ਤੋਂ ਬਾਅਦ। ਤੁਹਾਡੀ This internship ਨੂੰ explain ਕਰੋ, will you guys get this internship to the students or will students have to find these? Well, students have to find it. We can help them in the what do you say, CV. थोड़ा CV. हाँ, ਉਹਨਾਂ ਨੂੰ websites, areas ਕਿੱਥੇ ਲੱਭਣੀਆਂ ਉਹ ਤੁਸੀਂ help ਕਰ ਦੋਗੇ, guide ਕਰ ਦੋਗੇ। ਕਿ ਤੁਸੀਂ ਇਸ ਵੈਬਸਾਈਟ ਤੇ ਜਾਓ, ਤੁਹਾਡਾ CV, ਅਸੀਂ CV ਦੇਖਦੇ ਹਾਂ ਕਿ CV ਸਹੀ ਹੈ ਜਾਂ ਨਹੀਂ, ਅਸੀਂ ਉਹਨਾਂ ਨਾਲ ਪਰਸਨਲ ਕਾਉਂਸਲਿੰਗ ਵੀ ਕਰਦੇ ਹਾਂ ਉਹਨਾਂ ਦਾ CV ਸਪੈਸ਼ਲੀ ਬਣਾਉਣ ਵਾਸਤੇ, ਬਿਕੋਜ਼ ਯੂਰੋਪੀਅਨ CV ਦਾ ਜਿਹੜਾ ਸਟਾਈਲ ਆ ਉਹ ਥੋੜਾ ਜਿਹਾ ਅਲੱਗ ਆ। Different ਹੈ, yes. I've always heard that. ਮੈਂ ਪੜ੍ਹਿਆ ਵੀ actually ਬਹੁਤ ਜ਼ਿਆਦਾ different ਹੈ। ਬਹੁਤ ਜ਼ਿਆਦਾ different ਹੈ। You have to look at, ਤੁਹਾਡੀ ਫੋਟੋ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਤੁਹਾਡੇ CV ਤੇ, ਇੱਥੋਂ ਦੇ ਮਤਲਬ ਜ਼ਰੂਰੀ ਹੈ, ਅਮਰੀਕਾ 'ਚ ਨਹੀਂ ਜ਼ਰੂਰੀ ਪਰ ਇੱਥੇ ਜ਼ਰੂਰੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹਨ ਤੁਹਾਨੂੰ ਦੇਖਣੀਆਂ ਪੈਂਦੀਆਂ। ਬੱਚਾ ਮਤਲਬ ਬਹੁਤ ਸਾਰੀਆਂ ਵੈਬਸਾਈਟ ਆ, ਆਈ ਵੁੱਡ ਸੇ ਕਿ ਤੁਹਾਨੂੰ ਕਿਸੇ ਵੀ ਤੁਸੀਂ ਜੌਬ ਅਪਲਾਈ ਕਰਨੀ ਆ, ਤੁਹਾਨੂੰ ਜੌਬ ਅਪਲਾਈ ਕਰਨੀਆਂ ਪੈਂਦੀਆਂ, ਕਰੀ ਜਾਓ ਕਿਤੇ ਨਾ ਕਿਤੇ ਰਿਵਰਟ ਆਉਂਦਾ ਹੀ ਆ, ਠੀਕ ਹੈ। ਸੋ ਇਹ ਬੱਚੇ ਦੀ ਮਿਹਨਤ ਤੇ ਡਿਪੈਂਡ ਕਰਦਾ ਆ। ਦੇ ਨੀਡ EMPLOYEES, ਪਰ ਤੁਹਾਨੂੰ ਵੀ ਥੋੜਾ ਹਾਰਡ ਵਰਕ ਕਰਨਾ ਪੈਣਾ, ਬਿਕੋਜ਼ ਸਟਰਗਲ ਤੋਂ ਬਿਨਾਂ ਲਾਈਫ ਕੁਛ ਨਹੀਂ ਆਏਗੀ, ਯੂ ਨੋ। ਮੈਨੂੰ ਇੱਥੇ ਇੰਟਰਨਸ਼ਿਪ ਮਿਲੀ ਸੀ, ਮੈਂ ਇੱਥੇ ਇੰਟਰਨਸ਼ਿਪ ਸ਼ੁਰੂ ਕੀਤੀ ਸੀ ਆਪਣੀ ਲਾਸਟ ਸਮੈਸਟਰ। ਦੈਨ ਮੈਨੂੰ ਆਫਰ ਆਇਆ ਕਿ ਓਕੇ ਵਾਈ ਡੋਂਟ ਯੂ ਵਰਕ ਪਾਰਟ ਟਾਈਮ ਕਿ ਇੰਟਰਨਸ਼ਿਪ ਤੋਂ ਬਾਅਦ। I was like okay, ਫਿਰ ਮੈਨੂੰ ਆਫਰ ਆਇਆ ਕਿ why don't you work full time after your studies? I was like okay, why not? ਕਿ ਮਤਲਬ ਇਹ ਤੁਹਾਡੀ ਆਪਣੀ ਡੈਡੀਕੇਸ਼ਨ ਤੇ ਡਿਪੈਂਡ ਕਰਦਾ। I mean, I'm inspired by your story to send students to Germany, especially to your institution, because seeing a student reach a place that you have, and of course you have miles to go ahead, and a inspiration I guess students ਨੂੰ ਮਿਲੂਗੀ, ਉਹ ਵੇਖਣਗੇ ਕਿ ਸਭ ਕੁਝ possible ਹੈਗਾ। You need the confidence, you need to be at the right place at the right time. ਤੇ ਜਿੱਥੇ ਵੀ ਇੰਟਰਨਸ਼ਿਪ ਕਰਦੇ ਹੋ, give your 100%. Don't take it as ਕਿ ਬਸ ਇੰਟਰਨਸ਼ਿਪ ਕਰਨੀ ਹੈ। Exactly, ਕਿ ਮੈਨੂੰ ਤੁਸੀਂ ਕੁਝ ਕੀਤਾ ਹੋਊਗਾ ਕਿ ਉਹਨਾਂ ਨੇ ਤੁਹਾਨੂੰ ਕਿਹਾ ਕਿ ਪਾਰਟ ਟਾਈਮ ਜੁਆਇਨ ਕਰੋ। Exactly. And now your picture is all over the website. I mean, that is just amazing. That is just amazing. That is a story to tell to everyone. I mean, yeah, you have to motivate yourself. मैं इतना दी नहीं सी जितना दी मैं हैगी, मैं बहुत ही introvert person सी। I was not like that. पर ਜਦੋਂ ਤੁਸੀਂ ਤੁਹਾਡੀ ਮੇਰੀ ਫੀਲਡ ਹੁਣ ਜਿੱਦਾਂ ਸੇਲਸ ਸੀ, ਸੇਲਸ 'ਚ ਉਹੀ ਬੰਦਾ ਰਹਿ ਸਕਦਾ ਜਿਹੜਾ ਥੋੜਾ ਜਿਹਨੂੰ ਬਲਾ 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 ਕਰਨਾ ਆਉਂਦਾ। So you have to learn. Exactly. You need to sell things like you just did, and I really appreciate your time. ਅਸੀਂ ਹੁਣ recording ਬੰਦ ਕਰ ਦਾਂਗੇ। Thank you so much for your time. We'll talk after this for a minute. Thank you so much to students ਜਿਨ੍ਹਾਂ ਨੇ application ਲਾਉਣੀ ਹੈ NEC ਤੋਂ। ਸਾਡੇ offices 3 ਜਗ੍ਹਾ ਜੀ, ਜਲੰਧਰ, ਪਠਾਨਕੋਟ ਤੇ ਅੰਬਾਲਾ। ਅਸੀਂ ਤੁਹਾਨੂੰ 2 ਸਟੇਟਾਂ 'ਚ ਡੀਲ ਕਰ ਰਹੇ ਹਾਂ। ਸਾਡੇ ਕੋਲ ਦਿੱਲੀ ਤੋਂ ਵੀ ਸਟੂਡੈਂਟਸ ਆਉਂਦੇ ਨੇ, ਅਸੀਂ ਉਹਨਾਂ ਨੂੰ ਵੀ ਟ੍ਰੀਟ ਕਰਦੇ ਹਾਂ। If you want to pursue your application in this amazing institution where live example ਉਤਮਦੀਪ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਵੀ ਫਿਊਚਰ ਬਣਾ ਸਕਦੇ ਹੋ, so please message us, call us, ਥੱਲੇ ਜਿਵੇਂ ਵੀ ਤੁਸੀਂ ਸਾਨੂੰ ਅਪਰੋਚ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਸਾਡੇ ਆਫਿਸਿਸ 'ਚ ਅਸੀਂ ਸਾਰੇ ਸਿਕਿਉਰਿਟੀ ਮੈਜਰਸ ਲੈ ਕੇ ਰੱਖੇ ਨੇ ਤੁਹਾਡੀ ਸਿਕਿਉਰਿਟੀ ਲਈ। We are sanitizing everything every time someone comes here. We are wearing masks, not just for the interview, because we wanted to show who we are and what we are talking about. So thank you so much for your time. Thank you.